ਹਾਂਜੀ, ਅੱਜ ਆਪਾਂ ਇੱਕ ਹੋਰ ਪਾਰਟ ਆਫ ਸਪੀਚ ਲੈ ਕੇ ਹਾਜ਼ਰ ਹਾਂ। 7th ਪਾਰਟ ਆਫ ਸਪੀਚ। ਆਪਾਂ 6 ਪਾਰਟਸ ਆਫ ਸਪੀਚ ਕਰ ਚੁੱਕੇ ਹਾਂ ਤੇ 7th ਪਾਰਟ ਜਿਹਨੂੰ ਕੰਜੰਕਸ਼ਨ ਕਹਿੰਦੇ ਨੇ ਉਹ ਅੱਜ ਆਪਾਂ ਕਰਨ ਜਾ ਰਹੇ ਹਾਂ। ਜਿਵੇਂ ਆਪਾਂ ਪਹਿਲਾਂ 6 ਪਾਰਟਸ ਆਫ ਸਪੀਚ ਦੇ ਵਿੱਚ ਗੱਲ ਕਰਦੇ ਰਹੇ ਹਾਂ ਵੀ ਇਹ ਕੋਈ ਇਸ ਤਰ੍ਹਾਂ ਦੇ ਸ਼ਬਦ ਨਹੀਂ ਹੁੰਦੇ ਕਿ ਜੇ ਕੋਈ ਨਾਊਨ ਸ਼ਬਦ ਬਣ ਗਿਆ ਤਾਂ ਉਹ ਐਡਜੈਕਟਿਵ ਦਾ ਕੰਮ ਨਹੀਂ ਕਰ ਸਕਦਾ, ਜਾਂ ਐਡਜੈਕਟਿਵ ਬਣ ਗਿਆ ਜਾਂ ਉਹ ਕੋਈ ਹੋਰ ਕੰਮ ਨਹੀਂ ਕਰ ਸਕਦਾ, ਐਡਵਰਬ ਦੀ ਥਾਂ 'ਤੇ ਨਹੀਂ ਲੱਗ ਸਕਦਾ। ਬਲਕਿ ਆਪਾਂ ਇਹ ਜਾਣਿਆ ਵੀ ਇਹ ਜਿੰਨੇ ਵੀ ਸ਼ਬਦ ਹੁੰਦੇ ਨੇ ਜਦੋਂ ਉਹ ਇੱਕ ਵਾਕ ਦੇ ਵਿੱਚ ਲੱਗ ਜਾਂਦੇ ਨੇ ਤਾਂ ਉੱਥੇ ਉਹ ਜੋ ਕੰਮ ਕਰ ਰਹੇ ਹੁੰਦੇ ਨੇ ਉਸ ਦੇ ਮੁਤਾਬਕ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਥੇ ਨਾਊਨ ਹੈ ਜਾਂ ਐਡਜੈਕਟਿਵ ਹੈ ਜਾਂ ਐਡਵਰਬ ਹੈ ਜਾਂ ਕੀ ਹੈ। ਉਹਦਾ ਕੰਮ ਦੱਸਦਾ ਵੀ ਉਹ ਸ਼ਬਦ ਹੈ ਜਿਹੜਾ ਉਸ ਜਗ੍ਹਾ 'ਤੇ ਕੀ ਹੈ। ਇਸੇ ਤਰ੍ਹਾਂ ਕੰਜੰਕਸ਼ਨ ਅੱਜ ਆਪਾਂ ਕਰਨ ਜਾ ਰਹੇ ਹਾਂ 7th ਪਾਰਟ ਆਫ ਸਪੀਚ। ਜਿਹੜੇ ਕੰਜੰਕਸ਼ਨ ਨੇ ਇਹ ਵੀ ਇਹਨਾਂ ਦਾ ਵੀ ਕੰਮ ਦੱਸਦਾ। ਕੰਮ ਤੋਂ ਪਤਾ ਲੱਗਦਾ ਵੀ ਇਹ ਕੰਜੰਕਸ਼ਨ ਹੈ। ਕੰਜੰਕਸ਼ਨ ਦਾ ਕੰਮ ਹੁੰਦਾ ਦੋ ਸ਼ਬਦਾਂ ਨੂੰ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨਾ। ਜਿਹੜਾ ਸ਼ਬਦ ਇਹ ਕੰਮ ਕਰੇ ਵਾਕ ਦੇ ਵਿੱਚ ਉਸ ਨੂੰ ਆਪਾਂ ਕੰਜੰਕਸ਼ਨ ਕਹਿੰਦੇ ਹਾਂ। ਜਿਵੇਂ ਆਪਾਂ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਅਤੇ ਯੂਜ਼ ਕਰਦੇ ਹਾਂ, ਪਰ ਯੂਜ਼ ਕਰਦੇ ਹਾਂ, ਤੇ ਯੂਜ਼ ਕਰਦੇ ਹਾਂ। ਇਹ ਪੰਜਾਬੀ ਦੇ ਵਿੱਚ ਯੋਜਕ ਦਾ ਕੰਮ ਕਰਦੇ ਨੇ। ਇਹਨਾਂ ਨੂੰ ਪੰਜਾਬੀ ਦੇ ਵਿੱਚ ਆਪਾਂ ਯੋਜਕ ਕਹਿੰਦੇ ਹਾਂ, ਇੰਗਲਿਸ਼ 'ਚ ਇਹ ਕੰਜੰਕਸ਼ਨ ਹੁੰਦੇ ਨੇ। ਇਹਨਾਂ ਨੂੰ ਜਿਹੜੇ ਸ਼ਬਦ ਦੋ ਵਾਕਾਂ ਨੂੰ ਜੋੜਨ ਜਾਂ ਦੋ ਸ਼ਬਦਾਂ ਨੂੰ ਜੋੜਨ ਉਹਨਾਂ ਨੂੰ ਆਪਾਂ ਕੰਜੰਕਸ਼ਨ ਕਹਿੰਦੇ ਹਾਂ। ਕੰਜੰਕਸ਼ਨਸ ਨੂੰ ਸਮਝਣਾ ਬੜਾ ਆਸਾਨ ਆ। ਅੱਜ ਆਪਾਂ ਥੋੜ੍ਹੇ ਜਿਹੇ ਮੇਨ ਕੰਜੰਕਸ਼ਨਸ ਦੀ ਹੈਲਪ ਨਾਲ ਇਹਨੂੰ ਸਮਝਾਂਗੇ ਵੀ ਕੰਜੰਕਸ਼ਨਸ ਕੀ ਹੁੰਦੇ ਨੇ, ਕਿੱਥੇ ਲੱਗਦੇ ਨੇ, ਕਿਵੇਂ ਵਾਕਾਂ ਨੂੰ ਜਾਂ ਸ਼ਬਦਾਂ ਨੂੰ ਜੋੜਦੇ ਨੇ। ਅਤੇ ਪਹਿਲਾਂ ਆਪਾਂ ਦੋ ਸੈਂਟੈਂਸਿਸ ਲੈਂਦੇ ਹਾਂ, ਉਹਨਾਂ ਨੂੰ ਆਪਾਂ ਇੱਕ ਕਰਕੇ ਦੇਖਾਂਗੇ ਕੰਜੰਕਸ਼ਨ ਦੀ ਹੈਲਪ ਨਾਲ। ਪਹਿਲਾ ਸੈਂਟੈਂਸ ਹੈ ਅਮਿਤਾਭ ਬੱਚਨ ਇਜ਼ ਕਮਿੰਗ ਇਨ ਮੂਵੀ ਠੱਗਸ ਆਫ ਹਿੰਦੁਸਤਾਨ। ਦੂਸਰਾ ਸੈਂਟੈਂਸ ਹੈ ਆਮਿਰ ਖਾਨ ਇਜ਼ ਕਮਿੰਗ ਇਨ ਮੂਵੀ ਠੱਗਸ ਆਫ ਹਿੰਦੁਸਤਾਨ। ਹੁਣ ਇਹ ਦੋਨੇ ਸੈਂਟੈਂਸਿਸ ਲਗਭਗ ਮਿਲਦੇ ਜੁਲਦੇ ਨੇ ਪਰ ਇਹਨਾਂ ਦੇ ਜਿਹੜੇ ਸਬਜੈਕਟਸ ਨੇ ਉਹ ਡਿਫਰੈਂਟ ਨੇ। ਹੁਣ ਜਦੋਂ ਇਸ ਤਰ੍ਹਾਂ ਦੇ ਦੋ ਸੈਂਟੈਂਸਿਸ ਨੂੰ ਇੱਕ ਕੀਤਾ ਜਾਂਦਾ ਕੰਜੰਕਸ਼ਨ ਦੀ ਹੈਲਪ ਨਾਲ ਜਿਨ੍ਹਾਂ ਦਾ ਮੇਨ ਆਈਡੀਆ ਲਗਭਗ ਇੱਕੋ ਜਿਹਾ ਹੋਵੇ, ਇਹਦੇ ਵਿੱਚ ਆਪਾਂ ਐਂਡ ਜਿਹੜਾ ਕੰਜੰਕਸ਼ਨ ਆ ਉਹ ਯੂਜ਼ ਕਰਦੇ ਹਾਂ। ਹੁਣ ਇਹਨੂੰ ਆਪਾਂ ਐਂਡ ਦੀ ਹੈਲਪ ਨਾਲ ਇਸ ਤਰ੍ਹਾਂ ਬੋਲਾਂਗੇ ਆਮਿਰ ਖਾਨ ਐਂਡ ਅਮਿਤਾਭ ਬੱਚਨ ਆਰ ਕਮਿੰਗ ਇਨ ਮੂਵੀ ਠੱਗਸ ਆਫ ਹਿੰਦੁਸਤਾਨ। ਇਸ ਤਰ੍ਹਾਂ ਦੀ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ ਦੋ ਸੈਂਟੈਂਸਿਸ ਦੀ। ਐਸ਼ ਇਜ਼ ਅ ਗੁੱਡ ਸਪੀਕਰ, ਐਸ਼ ਇਜ਼ ਅ ਗੁੱਡ ਸਿੰਗਰ। ਹੁਣ ਦੋ ਸੈਂਟੈਂਸਿਸ ਦੇ ਵਿੱਚ ਇੱਕ 'ਚ ਸਪੀਕਰ ਲਿਆ, ਇੱਕ ਸਿੰਗਰ ਲਿਆ। ਜਦੋਂ ਆਪਾਂ ਇਹਨੂੰ ਐਂਡ ਦੀ ਹੈਲਪ ਨਾਲ ਇੱਕ ਬਣਾ ਕੇ ਬੋਲਾਂਗੇ ਫਿਰ ਆਪਾਂ ਬੋਲਾਂਗੇ ਐਸ਼ ਇਜ਼ ਅ ਗੁੱਡ ਸਪੀਕਰ ਐਂਡ ਸਿੰਗਰ। ਸੋ ਇਸ ਤਰ੍ਹਾਂ ਦੇ ਜਿਹੜੇ ਸੈਂਟੈਂਸਿਸ ਹੁੰਦੇ ਨੇ ਜਿਨ੍ਹਾਂ ਦਾ ਮੇਨ ਆਈਡੀਆ ਲਗਭਗ ਇੱਕੋ ਜਿਹਾ ਹੁੰਦਾ ਉਹਨਾਂ ਨੂੰ ਆਪਾਂ ਐਂਡ ਕੰਜੰਕਸ਼ਨ ਨਾਲ ਜੋੜਦੇ ਹਾਂ। ਕਈ ਵਾਰੀ ਆਪਾਂ ਨੇ ਇਸ ਤਰ੍ਹਾਂ ਦੇ ਦੋ ਸੈਂਟੈਂਸਿਸ ਨੂੰ ਜੋੜਨਾ ਹੁੰਦਾ ਜਿਨ੍ਹਾਂ ਦਾ ਆਈਡੀਆ ਇੱਕ ਦੂਜੇ ਦੇ ਬਿਲਕੁਲ ਉਲਟ ਹੁੰਦਾ, ਜਾਂ ਫਿਰ ਇੱਕ ਸੈਂਟੈਂਸ ਨੈਗੇਟਿਵ ਹੁੰਦਾ ਇੱਕ ਪੋਜ਼ੀਟਿਵ ਹੁੰਦਾ। ਇਸ ਤਰ੍ਹਾਂ ਦੇ ਜਿਹੜੇ ਸੈਂਟੈਂਸਿਸ ਨੇ ਉਹਨਾਂ ਨੂੰ ਆਪਾਂ ਬਟ ਕੰਜੰਕਸ਼ਨ ਦੀ ਹੈਲਪ ਨਾਲ ਜੋੜਦੇ ਹਾਂ। ਫੋਰ ਐਗਜ਼ਾਮਪਲ ਆਪਾਂ ਲਈਏ ਸਮ ਪੀਪਲ ਆਰ ਰਿਚ ਇਨ ਦਾ ਹਟਸ। ਦੂਸਰਾ ਸੈਂਟੈਂਸ ਲੈਂਦੇ ਹਾਂ ਆਪਾਂ ਸਮ ਪੀਪਲ ਆਰ ਗ੍ਰੀਡੀ ਇਨ ਦਾ ਕੈਸਲਸ। ਹੁਣ ਜਦੋਂ ਇਹਨਾਂ ਨੂੰ ਆਪਾਂ ਜੋੜਾਂਗੇ ਤਾਂ ਫਿਰ ਆਪਾਂ ਬਟ ਦੀ ਹੈਲਪ ਨਾਲ ਇਹਨਾਂ ਨੂੰ ਇਸ ਤਰ੍ਹਾਂ ਬੋਲ ਸਕਦੇ ਹਾਂ ਸਮ ਪੀਪਲ ਆਰ ਰਿਚ ਇਨ ਦਾ ਹਟਸ ਬਟ ਸਮ ਪੀਪਲ ਆਰ ਗ੍ਰੀਡੀ ਇਨ ਦਾ ਕੈਸਲਸ। ਕਈ ਵਾਰੀ ਸਾਡੇ ਕੋਲ ਦੋ ਇਸ ਤਰ੍ਹਾਂ ਦੇ ਸੈਂਟੈਂਸਿਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਚੋਇਸਿਸ ਹੁੰਦੀਆਂ ਨੇ। ਉਹ ਚੋਇਸਿਸ ਆਪਾਂ ਬਿਨਾਂ ਕੰਜੰਕਸ਼ਨ ਤੋਂ ਜੇ ਬੋਲਦੇ ਹਾਂ ਤਾਂ ਉਹ ਠੀਕ ਵੀ ਨਹੀਂ ਲੱਗਦੀਆਂ। ਫੋਰ ਐਗਜ਼ਾਮਪਲ ਆਪਾਂ ਨੇ ਚੋਇਸਿਸ ਕਿਸੇ ਨੂੰ ਦੇਣੀਆਂ ਹੋਣ, ਡੂ ਯੂ ਵਾਂਟ ਟੂ ਈਟ ਚਾਈਨੀਜ਼ ਫੂਡ, ਡੂ ਯੂ ਵਾਂਟ ਟੂ ਈਟ ਸਾਊਥ ਇੰਡੀਅਨ ਫੂਡ। ਹੁਣ ਇੱਥੇ ਜਿਹੜੇ ਦੋ ਸੈਂਟੈਂਸਿਸ ਨੇ ਇਹ ਅਜੀਬ ਜਿਹੇ ਲੱਗਦੇ ਨੇ ਬਿਨਾਂ ਕੰਜੰਕਸ਼ਨ ਤੋਂ। ਇਹਨਾਂ ਨੂੰ ਆਪਾਂ ਕੰਜੰਕਸ਼ਨ ਦੀ ਹੈਲਪ ਨਾਲ ਹੀ ਬੋਲ ਸਕਦੇ ਹਾਂ। ਇੱਥੇ ਜਿਹੜੇ ਚੋਇਸਿਸ ਵਾਲੇ ਸੈਂਟੈਂਸਿਸ ਹੁੰਦੇ ਨੇ ਇਹਨਾਂ ਨੂੰ ਜੋੜਨ ਵਾਸਤੇ ਔਰ ਕੰਜੰਕਸ਼ਨ ਯੂਜ਼ ਕੀਤਾ ਜਾਂਦਾ।
do you want to eat Chinese food or do you want to eat South Indian food। ਹੁਣ ਇਹਨਾਂ ਨੂੰ ਆਪਾਂ ਸ਼ਾਰਟ ਵੀ ਕਰ ਸਕਦੇ। ਜਦੋਂ ਇਹਨਾਂ ਨੂੰ ਆਪਾਂ ਜੋੜਾਂਗੇ ਔਰ ਦੀ ਹੈਲਪ ਨਾਲ, ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਪੂਰੇ ਸੈਂਟੈਂਸਸ ਬੋਲਣੇ ਨੇ। ਪਹਿਲਾਂ ਵੀ ਆਪਾਂ ਸੈਂਟੈਂਸਸ ਨੂੰ ਸ਼ਾਰਟ ਕੀਤਾ, 2 ਸੈਂਟੈਂਸਸ ਨੂੰ ਜਦੋਂ ਆਪਾਂ ਕੰਜੰਕਸ਼ਨ ਯੂਜ਼ ਕਰਦੇ ਹਾਂ, ਆਪਾਂ ਇਹਨੂੰ ਇਸ ਤਰ੍ਹਾਂ ਬੋਲ ਸਕਦੇ ਹਾਂ, ਡੂ ਯੂ ਵਾਂਟ ਟੂ ਈਟ ਚਾਈਨੀਜ਼ ਔਰ ਸਾਊਥ ਇੰਡੀਅਨ ਫੂਡ। ਸੋ ਇਸ ਤਰ੍ਹਾਂ ਦੇ ਜਿਹੜੇ ਚੋਇਸਿਸ ਵਾਲੇ ਸੈਂਟੈਂਸਸ ਹੁੰਦੇ ਨੇ, ਉੱਥੇ ਆਪਾਂ ਨੂੰ ਔਰ ਕੰਜੰਕਸ਼ਨ ਯੂਜ਼ ਕਰਨਾ ਪੈਂਦਾ। ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ 2 ਸੈਂਟੈਂਸਸ ਨੂੰ ਜੋੜਨਾ ਹੁੰਦਾ ਜਿਨ੍ਹਾਂ ਦੇ ਵਿੱਚ ਇੱਕ 'ਚ ਤਾਂ ਐਕਸ਼ਨ ਸ਼ੋ ਹੋ ਰਿਹਾ ਹੁੰਦਾ, ਦੂਸਰੇ ਦੇ ਵਿੱਚ ਉਹ ਐਕਸ਼ਨ ਦੇ ਹੋਣ ਦਾ ਰੀਜ਼ਨ ਸ਼ੋ ਹੋ ਰਿਹਾ ਹੁੰਦਾ। ਇੱਕ 'ਚ ਕਿਰਿਆ ਬਾਰੇ ਦੱਸਿਆ ਜਾਂਦਾ, ਦੂਜੇ 'ਚ ਕਿਉਂ ਹੋਈ ਉਹ ਕਿਰਿਆ, ਇਹ ਕਾਰਨ ਦੱਸਿਆ ਜਾਂਦਾ। ਜਦੋਂ ਇਸ ਤਰ੍ਹਾਂ ਦੇ 2 ਸੈਂਟੈਂਸਸ ਨੂੰ ਆਪਾਂ ਜੋੜਦੇ ਹਾਂ ਤਾਂ ਇਹਨਾਂ ਨੂੰ ਆਪਾਂ ਬਿਕੋਜ਼ ਅਤੇ ਸੋ ਕੰਜੰਕਸ਼ਨਸ ਦੀ ਹੈਲਪ ਨਾਲ ਜੋੜਦੇ ਹਾਂ। ਇਸ ਤਰ੍ਹਾਂ ਦੇ ਜਿਹੜੇ ਵਾਕ ਹੁੰਦੇ ਨੇ, ਇਸ ਤਰ੍ਹਾਂ ਦੇ ਸੈਂਟੈਂਸਸ। ਫੋਰ ਐਗਜ਼ਾਮਪਲ ਆਪਾਂ ਲਈਏ, ਪੀਪਲ ਆਰ ਵੈਰੀ ਐਂਗਰੀ ਬਿਕੋਜ਼ ਫਿਊਲ ਪ੍ਰਾਈਜ਼ਸ ਆਰ ਰਾਈਜ਼ਿੰਗ। ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ, ਫਿਊਲ ਪ੍ਰਾਈਜ਼ਸ ਆਰ ਰਾਈਜ਼ਿੰਗ ਸੋ ਪੀਪਲ ਆਰ ਵੈਰੀ ਐਂਗਰੀ। ਸੋ ਇੱਕ ਪਾਸੇ ਦੱਸਿਆ ਜਾ ਰਿਹਾ ਹੈ ਵੀ ਕਾਰਨ ਕੀ ਹੈ, ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਵੀ ਐਕਸ਼ਨ ਕੀ ਹੋਇਆ, ਕਿਰਿਆ ਕੀ ਹੋਈ ਹੈ। ਇਸ ਤਰ੍ਹਾਂ ਦੇ ਸੈਂਟੈਂਸਸ ਨੂੰ ਜੋੜਨ ਲਈ ਜ਼ਿਆਦਾਤਰ ਆਪਾਂ ਸੋ ਅਤੇ ਬਿਕੋਜ਼ ਦਾ ਯੂਜ਼ ਕਰਦੇ ਹਾਂ। ਕੁਝ ਕੰਜੰਕਸ਼ਨਸ ਇਸ ਤਰ੍ਹਾਂ ਦੇ ਨੇ ਜਿਹੜੇ ਪੇਅਰਸ ਦੇ ਵਿੱਚ ਜਾਂ ਆਪਾਂ ਕਹਿ ਲਈਏ ਜੋੜਿਆਂ ਦੇ ਵਿੱਚ ਕੰਮ ਕਰਦੇ ਨੇ। ਫੋਰ ਐਗਜ਼ਾਮਪਲ ਆਪਾਂ ਸੈਂਟੈਂਸ ਲੈਂਦੇ ਹਾਂ, politicians not only changing syllabus of schools but also they are trying to change history। ਇੱਥੇ ਆਪਾਂ ਨੇ ਯੂਜ਼ ਕੀਤਾ not only but also। ਇਸ ਤਰ੍ਹਾਂ ਦੇ ਜਿਹੜੇ ਕੁਝ ਕੰਜੰਕਸ਼ਨਸ ਨੇ ਇਹ ਜੋੜਿਆਂ ਦੇ ਵਿੱਚ ਹੀ ਯੂਜ਼ ਹੁੰਦੇ ਨੇ। ਕੁਝ ਕੰਜੰਕਸ਼ਨ ਇਸ ਤਰ੍ਹਾਂ ਦੇ ਇਹ ਨੇ, ਜਿਵੇਂ neither nor, either or, whether or, both and, as, not only but also। ਇਹ ਜਿਹੜੇ ਕੰਜੰਕਸ਼ਨ ਹੁੰਦੇ ਨੇ ਜ਼ਰੂਰੀ ਨਹੀਂ ਹੈ ਵੀ ਇਹ ਇੱਕ ਸ਼ਬਦ ਹੀ ਹੁੰਦਾ ਜਾਂ ਇੱਕ ਵਰਡ ਹੁੰਦਾ। ਇਹ ਇੱਕ ਤੋਂ ਵੱਧ ਵਰਡਸ ਵੀ ਹੋ ਸਕਦੇ ਨੇ, ਇਹ ਜਾਂ ਫਰੇਜ਼ ਵੀ ਹੋ ਸਕਦੇ ਨੇ। ਫੋਰ ਐਗਜ਼ਾਮਪਲ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਜਿਵੇਂ ਹੋ ਗਿਆ ਦੈਟ ਇਜ਼ ਵਾਈ। ਹੁਣ ਜਿਹੜਾ ਦੈਟ ਇਜ਼ ਵਾਈ ਆ, ਇਹ ਵੀ ਇੱਕ ਕੰਜੰਕਸ਼ਨ ਦਾ ਕੰਮ ਕਰਦਾ। ਇਹ ਇਸ ਲਈ ਦੀ ਥਾਂ 'ਤੇ ਲੱਗ ਜਾਂਦਾ ਜਾਂ ਇਹਦਾ ਮਤਲਬ ਹੁੰਦਾ ਤਾਂ ਹੀ ਤਾਂ। ਜਾਂ ਆਪਾਂ ਕਹਿ ਸਕਦੇ ਹਾਂ ਦੈਟ ਇਜ਼ ਹਾਊ, ਇਸੇ ਤਰ੍ਹਾਂ, ਜਾਂ ਹੀ ਤਾਂ। ਦੈਟ ਇਜ਼ ਵੇਅਰ, ਇੱਥੇ ਹੀ ਤਾਂ ਜਾਂ ਉੱਥੇ ਹੀ ਤਾਂ ਲਈ ਉਪਯੋਗ ਹੁੰਦਾ ਇਹ। ਦੈਟ ਇਜ਼ ਵਟ, ਇਹੀ ਤਾਂ, ਉਹੀ ਤਾਂ। ਜਾਂ ਆਪਾਂ ਕਹਿ ਸਕਦੇ ਹਾਂ ਦੈਟ ਇਜ਼ ਹੋਮ, ਇਸੇ ਨੂੰ ਤਾਂ ਜਾਂ ਉਸੇ ਨੂੰ ਤਾਂ। ਜਾਂ ਦੈਟ ਇਜ਼ ਹੋਮ ਦੀ ਨਾਲ ਮਿਲਦਾ ਜੁਲਦਾ ਇੱਕ ਹੈਗਾ ਦੈਟ ਇਜ਼ ਵਿਚ, ਇਹਦਾ ਮਤਲਬ ਵੀ ਹੁੰਦਾ ਇਸੇ ਨੂੰ ਤਾਂ, ਪਰ ਜਿਹੜਾ ਦੈਟ ਇਜ਼ ਵਿਚ ਆ ਇਹ ਬੇਜਾਨ ਚੀਜ਼ਾਂ ਲਈ ਰੱਖਦਾ। ਫੋਰ ਐਗਜ਼ਾਮਪਲ ਆਪਾਂ ਨੇ ਕਹਿਣਾ ਹੋਵੇ ਦਿਸ ਇਜ਼ ਦਾ ਪੈਨ ਦੈਟ ਇਜ਼ ਵਿਚ ਆਈ ਵਾਜ਼ ਫਾਈਂਡਿੰਗ। ਇਹਦਾ ਮਤਲਬ ਨਿਕਲਦਾ ਇਹ ਇਸੇ ਨੂੰ ਤਾਂ, ਇਹੀ ਤਾਂ ਪੈਨ ਹੈ ਜਿਹਨੂੰ ਮੈਂ ਲੱਭ ਰਿਹਾ ਸੀ, ਇਸੇ ਨੂੰ ਤਾਂ, ਇਹੀ ਪੈਨ ਨੂੰ ਮੈਂ ਲੱਭ ਰਿਹਾ ਸੀ। ਇੱਥੇ ਦੈਟ ਇਜ਼ ਵਿਚ ਯੂਜ਼ ਹੋਊਗਾ। ਦੈਟ ਇਜ਼ ਹੋਮ ਆ ਜਿਹੜਾ ਉਹ ਵਿਅਕਤੀਆਂ ਲਈ ਲੱਗਦਾ, ਦੈਟ ਇਜ਼ ਵਿਚ ਆ ਜਿਹੜਾ ਉਹ ਬੇਜਾਨ ਚੀਜ਼ਾਂ ਲਈ ਲੱਗਦਾ। ਇਸੇ ਤਰ੍ਹਾਂ ਇੱਕ ਹੁੰਦਾ ਦੈਟ ਇਜ਼ ਵੈਨ, ਇਹਦਾ ਮਤਲਬ ਹੁੰਦਾ ਉਦੋਂ ਹੀ ਤਾਂ, ਇਹ ਸਮੇਂ ਨਾਲ ਲੱਗਦਾ ਵੀ ਉਹ ਇਸੇ ਸਮੇਂ ਦੀ ਤਾਂ ਮੈਂ ਗੱਲ ਕਰ ਰਿਹਾ। ਜਾਂ ਫਿਰ ਇੱਕ ਆ ਜਿਹੜਾ ਦੈਟ ਇਜ਼ ਵਾਈ ਆ, ਇਹਨੂੰ ਆਪਾਂ ਉਪਯੋਗ ਕਰਕੇ ਦੇਖਦੇ ਹਾਂ, ਸੋ ਦੀ ਥਾਂ 'ਤੇ ਇਹਨੂੰ ਲਗਾ ਕੇ ਦੇਖਦੇ ਹਾਂ। ਇੱਕ ਬੜਾ ਫੇਮਸ ਸੈਂਟੈਂਸ ਆ, ਵੈਲ ਨੋਨ ਆ ਬਹੁਤ, ਆਈ ਐਮ ਵੈਰੀ ਇਲ ਸੋ ਆਈ ਕੈਨ ਨਾਟ ਕਮ ਟੂ ਦਾ ਸਕੂਲ। ਹੁਣ ਇਹ ਜਿਹੜਾ ਸੈਂਟੈਂਸ ਆ ਆਪਾਂ ਨੇ ਸਾਰਿਆਂ ਨੇ ਕਦੇ ਨਾ ਕਦੇ ਯੂਜ਼ ਕੀਤਾ ਹੋਊਗਾ, ਬੱਚੇ ਯੂਜ਼ ਕਰਦੇ ਨੇ ਇਹਨੂੰ ਐਪਲੀਕੇਸ਼ਨ ਦੇ ਵਿੱਚ। ਇੱਥੇ ਆਪਾਂ ਸੋ ਦੀ ਥਾਂ 'ਤੇ ਇਹ ਯੂਜ਼ ਕਰ ਸਕਦੇ ਹਾਂ, ਆਈ ਐਮ ਵੈਰੀ ਇਲ ਦੈਟ ਇਜ਼ ਵਾਈ ਆਈ ਕੈਨ ਨਾਟ ਕਮ ਟੂ ਦਾ ਸਕੂਲ। ਸੋ ਇਹ ਜਿਹੜੇ ਇੱਕ ਤੋਂ ਵੱਧ ਸ਼ਬਦਾਂ ਵਾਲੇ ਕੰਜੰਕਸ਼ਨਸ ਨੇ, ਇਹ ਵੀ ਕਈ ਵਾਰੀ ਆਪਾਂ ਨੂੰ ਯੂਜ਼ ਕਰਨੇ ਪੈਂਦੇ ਨੇ 2 ਸੈਂਟੈਂਸਸ ਨੂੰ ਜੋੜਨ ਵਾਸਤੇ।
ਅੱਜ ਆਪਾਂ ਜਾਣਿਆ ਵੀ ਕੰਜੰਕਸ਼ਨਸ ਨੇ ਜਿਹੜੇ ਇਹ ਕੀ ਕੰਮ ਕਰਦੇ ਨੇ ਤੇ ਕਿੱਥੇ ਕਿੱਥੇ ਕੰਮ ਕਰਦੇ ਨੇ, ਇਹਨਾਂ ਨੂੰ ਕਿਵੇਂ ਪਛਾਣਿਆ ਜਾ ਸਕਦਾ। ਪਛਾਣਨ ਬਾਰੇ ਆਪਾਂ ਪਹਿਲਾਂ ਵੀ ਐਪੀਸੋਡਸ ਦੇ ਵਿੱਚ ਇਹ ਗੱਲ ਰਿਪੀਟ ਕੀਤੀ ਹੈ ਵਾਰੀ ਵੀ ਜਿਹੜੇ ਜਿੰਨੇ ਵੀ ਸ਼ਬਦ ਨੇ ਇਹਨਾਂ ਦਾ ਕੰਮ ਦੱਸਦਾ ਵੀ ਇਸ ਸੈਂਟੈਂਸ ਦੇ ਵਿੱਚ ਇਹ ਵਰਡ ਕੀ ਆ, ਕੰਮ ਹੀ ਇਹਨਾਂ ਦੀ ਪਛਾਣ ਆ। ਸੋ ਅੱਜ ਆਪਾਂ ਕੰਜੰਕਸ਼ਨ ਕਿਵੇਂ ਕੰਮ ਕਰਦਾ, ਕਿੱਥੇ ਕਿੱਥੇ ਕੰਮ ਕਰਦਾ ਇਹ ਜਾਣਿਆ। ਇਹੀ ਇਹਦੀ ਪਛਾਣ ਆ। ਇਹ ਦੋ ਸ਼ਬਦਾਂ ਨੂੰ ਜਾਂ ਦੋ ਸੈਂਟੈਂਸਿਸ ਨੂੰ ਆਪਸ ਦੇ ਵਿੱਚ ਜੋੜਦਾ। ਸੋ ਹੁਣ ਆਪਾਂ 7 ਪਾਰਟਸ ਆਫ ਸਪੀਚ ਕਰ ਚੁੱਕੇ, ਅੱਜ 7th ਹੋ ਗਿਆ ਆਪਣਾ। ਪਹਿਲਾਂ ਵੀ ਮੈंने ਤੁਹਾਡੇ ਨਾਲ ਇੱਕ ਐਕਸਰਸਾਈਜ਼ ਪ੍ਰੈਕਟੀਕਲ ਕਰਨ ਵਾਸਤੇ ਸ਼ੇਅਰ ਕੀਤੀ ਸੀ ਵੀ ਉਹ ਕਰਿਆ ਕਰੋ, ਉਹਦੇ ਨਾਲ ਸਾਡੀ ਜਿਹੜੀ ਪਛਾਣ ਆ ਉਹ ਸਾਨੂੰ ਵੱਧ ਜੂਗੀ, ਵਰਡਸ ਦੇ ਬਾਰੇ ਸਾਨੂੰ ਨੌਲੇਜ ਵੱਧ ਜੂਗੀ। ਕੋਈ ਵੀ ਛੋਟਾ ਜਿਹਾ ਪੈਰਾਗ੍ਰਾਫ ਲੈ ਕੇ ਅਸੀਂ ਉਹਦੇ ਵਿੱਚੋਂ ਕੱਲਾ ਸ਼ਬਦ ਆ ਜਿਹੜਾ ਉਹਨੂੰ ਪਛਾਣ ਕੇ ਸੈਪਰੇਟ ਕਰਕੇ ਲਿਖ ਸਕਦੇ ਹਾਂ। ਨਾਊਨਸ ਅਲੱਗ ਲਿਖ ਸਕਦੇ ਹਾਂ, ਪ੍ਰੋਨਾਊਨਸ ਅਲੱਗ ਲਿਖ ਲਓ, ਐਡਜੈਕਟਿਵਸ ਅਲੱਗ ਲਿਖ ਲਓ, ਐਡਵਰਬਸ ਵਰਬਸ ਉਹ ਸਾਰੇ ਅਲੱਗ ਲਿਖ ਲਓ, ਜਿਹੜੀਆਂ ਪ੍ਰੈਪੋਜੀਸ਼ਨਸ ਪਛਾਣ 'ਚ ਆਉਂਦੀਆਂ ਨੇ ਉਹ ਅਲੱਗ ਲਿਖ ਲਓ, ਜਿਹੜੇ ਕੰਜੰਕਸ਼ਨਸ ਨੇ ਉਹਨਾਂ ਨੂੰ ਅਲੱਗ ਲਿਖ ਲਓ। ਇਹ ਜਿਹੜੇ ਇੰਟਰਜੈਕਸ਼ਨ ਨੇ ਉਹ ਆਪਾਂ ਨੈਕਸਟ ਐਪੀਸੋਡ 'ਚ ਕਰਾਂਗੇ। ਇਹ ਬਹੁਤ ਰੇਅਰ ਯੂਜ਼ ਹੁੰਦਾ, ਇਹਨਾਂ ਦਾ ਘੱਟ ਯੂਜ਼ ਹੁੰਦਾ। ਹੁਣ ਆਪਾਂ 7 ਪਾਰਟਸ ਆਫ ਸਪੀਚ ਨੂੰ ਪਛਾਣਨਾ ਸਿੱਖ ਚੁੱਕੇ ਹਾਂ ਵੀ ਸੈਂਟੈਂਸ ਦੇ ਵਿੱਚ ਕੰਮ ਦੇ ਆਧਾਰ 'ਤੇ ਆਪਾਂ ਉਹਨਾਂ ਨੂੰ ਪਛਾਣ ਸਕਦੇ ਹਾਂ। ਸੋ ਹੁਣ ਇਹ ਐਕਸਰਸਾਈਜ਼ ਆ ਜਿਹੜੀ ਇਹ ਸਾਡੇ ਲਈ ਬੜੀ ਯੂਜ਼ਫੁਲ ਹੋ ਸਕਦੀ ਹੈ। 7 ਤਰ੍ਹਾਂ ਦੇ ਆਪਾਂ ਜਿਹੜੇ ਸ਼ਬਦ ਨੇ ਉਹਨਾਂ ਨੂੰ ਪਛਾਣ ਕੇ ਅਲੱਗ-ਅਲੱਗ ਕਰ ਸਕਦੇ ਹਾਂ ਇੱਕ ਪੈਰਾਗ੍ਰਾਫ 'ਚੋਂ, ਜਾਂ 2-3 ਲਾਈਨਸ ਲੈ ਲਓ ਜੇ ਥੋੜ੍ਹਾ ਟਾਈਮ ਆ। ਇਹ ਐਕਸਰਸਾਈਜ਼ ਸਾਰਿਆਂ ਨੇ ਕਰਨੀ ਆ ਤਾਂ ਜੋ ਪ੍ਰੈਕਟੀਕਲੀ ਆਪਾਂ ਇਹਨਾਂ ਨੂੰ ਯੂਜ਼ ਕਰਨਾ ਸਿੱਖ ਲਈਏ, ਪ੍ਰੈਕਟੀਕਲੀ ਇਹ ਆਪਣੇ ਕੰਮ ਆਉਣ ਲੱਗ ਜਾਣ। ਇਸ ਲਈ ਇਹ ਜਿਹੜੀ ਐਕਸਰਸਾਈਜ਼ ਹੈ ਸਾਰਿਆਂ ਨੇ ਜ਼ਰੂਰ ਕਰਨੀ ਆ। ਇੱਕ ਛੋਟਾ ਜਿਹਾ ਪੈਰਾਗ੍ਰਾਫ ਲੈ ਕੇ ਉਹਦੇ 'ਚੋਂ ਸਾਰੇ ਵਰਡਸ ਨੂੰ ਅਲੱਗ-ਅਲੱਗ ਕਰਕੇ ਲਿਖ ਲਓ, ਅਲੱਗ-ਅਲੱਗ ਹੈਡਿੰਗ ਥੱਲੇ ਲਿਖ ਲਓ, ਇੱਕ ਨਾਊਨ ਦੇ ਹੈਡਿੰਗ ਥੱਲੇ ਲਿਖ ਲਓ, ਇੱਕ ਪ੍ਰੋਨਾਊਨ ਦੇ ਥੱਲੇ ਲਿਖ ਲਓ, ਸਾਰੇ 7 ਨੂੰ ਅਲੱਗ-ਅਲੱਗ ਹੈਡਿੰਗ ਥੱਲੇ ਅਲੱਗ-ਅਲੱਗ ਕਰਕੇ ਲਿਖ ਲਓ। ਉਸ ਤੋਂ ਬਾਅਦ ਇਹਨਾਂ ਨੂੰ ਡਿਕਸ਼ਨਰੀ ਦੇ ਵਿੱਚ ਮਿਲਾ ਕੇ ਦੇਖੋ। ਡਿਕਸ਼ਨਰੀ ਦੇ ਵਿੱਚ ਹਰ ਸ਼ਬਦ ਦਾ ਦਿੱਤਾ ਹੁੰਦਾ ਵੀ ਇਹ ਕੀ ਆ, ਅਤੇ ਉੱਥੋਂ ਜੱਜਮੈਂਟ ਲਗਾਓ ਕਿ ਮੈਨੇ ਸਹੀ ਇਹਨੂੰ ਪਛਾਣਿਆ ਵੀ ਇਹ ਇੱਥੇ ਇਹੀ ਕੰਮ ਕਰ ਰਿਹਾ। ਸੋ ਹੁਣ ਆਪਾਂ ਨੇ 7 ਪਾਰਟਸ ਕਰ ਲਏ। 8th ਜਿਹੜਾ ਪਾਰਟ ਆਫ ਸਪੀਚ ਹੈ ਇੰਟਰਜੈਕਸ਼ਨ, ਉਹ ਆਪਾਂ ਨੈਕਸਟ ਐਪੀਸੋਡ ਦੇ ਵਿੱਚ ਕਰਾਂਗੇ।